मैं नवनीत वर्मा आपके अपने चैनल गुरु बंदगी में आपका हार्दिक स्वागत करता हूँ। गुरु प्यारी साध संगत जी, ਅੱਜ ਦਾ ਸਤਸੰਗ ਪੂਰਾ ਸੁਣਨ ਦੀ ਕਿਰਪਾਲਤਾ ਕਰਨਾ ਜੀ, ਕਿਉਂਕਿ ਅੱਜ ਦੇ ਸਤਸੰਗ ਦੇ ਵਿੱਚ ਅਸੀਂ ਜਾਣਾਂਗੇ ਕਿ ਅਸੀਂ ਨਾਮ ਲੈ ਕੇ ਕੀ ਕਰਦੇ ਪਏ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਸਾਧ ਸੰਗਤ ਜੀ, ਉਹ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਮੌਜੂਦ ਹੈ। ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ ਤੇ ਸਾਧੂ ਸੰਤ ਮਹਾਤਮਾ ਦੇ ਅੰਦਰ ਵੀ ਹੈ। ਭਾਵ ਉਹ ਮਾਲਕ ਹਰ ਚੀਜ਼ ਹਰ ਜਗ੍ਹਾ 'ਤੇ ਹੈ। ਪਰ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ, ਤਾਂ ਹੀ ਅਸੀਂ ਦਿਨ ਰਾਤ ਕਿਸ ਤਰ੍ਹਾਂ ਝੂਠ, ਬੇਈਮਾਨੀਆਂ, ਫਰੇਬ, ਕਤਲ, ਚੁਗਲੀਆਂ, ਪਤਾ ਨਹੀਂ ਕੀ ਕਰਦੇ ਪਏ ਹਾਂ। ਸਾਨੂੰ ਤਾਂ ਬਿਲਕੁਲ ਡਰ ਹੀ ਨਹੀਂ ਹੈ ਕਿ ਉਹ ਮਾਲਕ ਸਾਨੂੰ ਦੇਖ ਰਿਹਾ ਹੈ, ਸਾਡਾ ਗੁਰੂ ਸਾਨੂੰ ਦੇਖ ਰਿਹਾ ਹੈ। ਅਸੀਂ ਸੋਚਦੇ ਹਾਂ ਕਿ ਕਿਹੜਾ ਕਿਸੇ ਨੂੰ ਕੁਝ ਪਤਾ ਲੱਗਦਾ ਪਿਆ ਹੈ। ਅਸੀਂ ਭੁੱਲ ਜਾਂਦੇ ਹਾਂ ਕਿ ਉਹ ਮਾਲਿਕ ਸਾਡਾ ਗੁਰੂ ਸਾਡੇ ਅੰਦਰ ਬੈਠਾ ਹੋਇਆ ਹੈ। ਸਾਡੀਆਂ ਕਰਤੂਤਾਂ ਉਹ ਦੇਖ ਰਿਹਾ ਹੈ ਕਿ ਅਸੀਂ ਕੀ ਕਰ ਰਹੇ ਹਾਂ। ਅਸੀਂ ਸੋਚਦੇ ਹਾਂ ਕਿ ਬਾਬਾ ਜੀ ਨੂੰ ਸ਼ਾਇਦ ਪਤਾ ਨਾ ਲੱਗੇ। ਅਸੀਂ ਗੁਰੂ ਨੂੰ ਇਨਸਾਨ ਸਮਝ ਲੈਂਦੇ ਹਾਂ। ਇੱਥੇ ਹੀ ਅਸੀਂ ਗਲਤੀ ਕਰ ਲੈਂਦੇ ਹਾਂ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹਦੇ ਵਿੱਚ ਤੇ ਉਸ ਮਾਲਕ ਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਭਿੰਨ ਭੇਦ ਨਹੀਂ ਹੈ। ਉਹ ਸਾਨੂੰ ਇਨਸਾਨ ਜਾਪਦਾ ਹੈ। ਸਰੀਰ ਤਾਂ ਗੁਰੂ ਨੇ ਸਾਨੂੰ ਸਮਝਾਉਣ ਵਾਸਤੇ ਧਾਰਿਆ ਹੈ, ਸਾਨੂੰ ਤਾਰਨ ਵਾਸਤੇ ਧਾਰਿਆ ਹੈ, ਕਿਉਂਕਿ ਇਨਸਾਨ ਨੂੰ ਇਨਸਾਨ ਦੀ ਗੱਲ ਹੀ ਸਮਝ ਆ ਸਕਦੀ ਹੈ। ਅਸੀਂ ਕਿੱਥੇ ਭੁੱਲੇ ਬੈਠੇ ਹਾਂ। ਤਾਂ ਹੀ ਅਸੀਂ ਇਹ ਮਾਇਆ ਇਕੱਠੀ ਕਰਨ ਦੇ ਵਿੱਚ 24 ਘੰਟੇ ਲੱਗੇ ਰਹਿੰਦੇ ਹਾਂ। ਇਸ ਦੇ ਬਦਲੇ ਸਾਨੂੰ ਆਪਣਾ ਦੀਨ ਈਮਾਨ ਵੀ ਗਵਾਉਣਾ ਪੈਂਦਾ ਹੈ। ਇੱਥੇ ਤੱਕ ਕਿ ਆਪਣੇ ਕੀਮਤੀ ਅਸੂਲ ਅਸੀਂ ਦਾਅਵ 'ਤੇ ਲਾ ਦਿੰਦੇ ਹਾਂ। ਦਿਨ ਰਾਤ ਠੱਗੀ, ਝੂਠ, ਬੇਈਮਾਨੀਆਂ ਦੇ ਵਿੱਚ ਲੱਗੇ ਰਹਿੰਦੇ ਹਾਂ। ਕਿਸ ਵਾਸਤੇ? ਇਸ ਮਾਇਆ ਕਰਕੇ। ਇਹ ਮਾਇਆ ਤਾਂ ਫਿਰ ਵੀ ਸਾਡੇ ਕੰਮ ਨਹੀਂ ਆਣੀ। ਇਸ ਨੇ ਸਾਡਾ ਸਾਥ ਨਹੀਂ ਨਿਭਾਉਣਾ। ਕਿੰਨੇ ਕੀਮਤੀ ਅਸੂਲਾਂ ਦੀ ਅਸੀਂ ਕੁਰਬਾਨੀ ਦੇਣ ਲੱਗੇ ਹੋਏ ਹਾਂ। ਇਹ ਬਿਲਕੁਲ ਨਹੀਂ ਸੋਚਦੇ ਕਿ ਇਹ ਮਾਇਆ ਨਾਸ਼ਵਾਨ ਹੈ। ਬਾਣੀ ਫਰਮਾਨ ਕਰਦੀ ਹੈ ਕਿ ਮਾਇਆ ਚੋਰੀ ਨਾਗਨੀ, ਮੁਸ ਲਾਵੇ ਹਾਥ, ਆਵਤ ਕੋ ਆਦਰ ਕਰੇ, ਜਾਤ ਨਾ ਪੁੱਛੇ ਬਾਤ। ਇਹ ਮਾਇਆ ਅੱਜ ਤੱਕ ਕਿਸੇ ਦੀ ਨਾ ਹੋਈ ਹੈ, ਨਾ ਹੋਵੇਗੀ। ਅੱਜ ਇਹ ਮਾਇਆ ਤੇਰੇ ਕੋਲ ਹੈ, ਕੱਲ੍ਹ ਕਿਸੇ ਹੋਰ ਦੇ ਕੋਲ ਹੋਵੇਗੀ। ਸਾਨੂੰ ਹੋਸ਼ ਹੀ ਨਹੀਂ ਆਉਂਦੀ ਕਿ ਅਸੀਂ ਕੀ ਕਰਨ ਲੱਗੇ ਹੋਏ ਹਾਂ। ਅਤੇ ਮਾਫ਼ ਕਰਨਾ, ਫਿਰ ਅਸੀਂ ਆਪਣੇ ਆਪ ਨੂੰ ਸਤਸੰਗੀ ਕਹਿਲਾਉਂਦੇ ਹਾਂ। ਅਸੀਂ ਇਹ ਮਾਇਆ ਜਿਨ੍ਹਾਂ ਦੇ ਲਈ ਇਕੱਠੀ ਕਰ ਰਹੇ ਹਾਂ, ਉਹਨਾਂ ਨੇ ਵੀ ਸਾਡਾ ਸਾਥ ਨਹੀਂ ਨਿਭਾਉਣਾ। ਮੌਤ ਤੋਂ ਬਾਅਦ ਤਾਂ ਛੱਡੋ, ਸਾਨੂੰ ਇੱਥੇ ਜੀਂਦੇ ਜੀ ਕੋਈ ਨਹੀਂ ਪੁੱਛਦਾ। ਬੇਟਾ ਬਾਪ ਨੂੰ ਬੁਲਾ ਕੇ ਰਾਜ਼ੀ ਨਹੀਂ, ਨੂੰਹ ਸੱਸ ਨੂੰ ਬੁਲਾ ਕੇ ਰਾਜ਼ੀ ਨਹੀਂ। ਅਸੀਂ ਰੋਜ਼ ਆਪਣੇ ਆਸ-ਪਾਸ ਦੇਖ ਹੀ ਰਹੇ ਹਾਂ ਕਿ ਕਿਸ ਤਰ੍ਹਾਂ ਕੀ ਕੁਛ ਹੋ ਰਿਹਾ ਹੈ। ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਹਾਂ, ਉਹੀ ਸਾਡੀ ਬਾਤ ਨਹੀਂ ਪੁੱਛਦੇ। ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ, ਜਾਨਾਂ ਵਾਰਨ ਤੱਕ ਚਲੇ ਜਾਂਦੇ ਹਾਂ, ਉਹ ਸਾਡੇ ਪਿਆਰ ਦੀ ਕਦਰ ਨਹੀਂ ਕਰਦੇ। ਦਿਨ ਰਾਤ ਜਿਨ੍ਹਾਂ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਹਾਂ, ਉਹ ਸਾਡੀ ਬਾਤ ਨਹੀਂ ਪੁੱਛਦੇ। ਫਿਰ ਕਿਉਂ ਆਪਣੇ ਅਸੂਲਾਂ ਦੀ ਕੁਰਬਾਨੀ ਦਈਏ? ਫਿਰ ਕਿਉਂ ਅਸੀਂ ਆਪਣੇ ਕੀਮਤੀ ਅਸੂਲਾਂ ਦੀ ਕੁਰਬਾਨੀ ਦਈਏ? ਕਿਉਂ ਝੂਠ, ਬੇਈਮਾਨੀਆਂ, ਠੱਗੀਆਂ ਕਰੀਏ? ਖਾਣੀਆਂ ਤਾਂ ਅਸੀਂ 2 ਰੋਟੀਆਂ ਹੀ ਨੇ, ਸੋਣਾ ਤਾਂ ਫਿਰ ਇੱਕ ਮੰਜੇ 'ਤੇ ਹੀ ਹੈ। ਫਿਰ ਅਸੀਂ ਸੋਚ ਲੈਂਦੇ ਹਾਂ ਕਿ ਗੁਰੂ ਕਿਹੜਾ ਦੇਖ ਰਿਹਾ ਹੈ, ਉਹਨੂੰ ਕਿਹੜਾ ਪਤਾ ਲੱਗਣਾ ਹੈ। ਇੱਕ ਵਾਰ ਹਜ਼ੂਰ ਮਹਾਰਾਜ ਜੀ ਦੇ ਸਮੇਂ ਦੀ ਗੱਲ ਹੈ ਕਿ ਇੱਕ ਸੇਵਕ ਨੇ ਮਹਾਰਾਜ ਜੀ ਨੂੰ ਪੁੱਛਿਆ ਕਿ ਬਾਬਾ ਜੀ, ਅਗਰ ਕੋਈ ਭਜਨ ਸਿਮਰਨ ਨਹੀਂ ਕਰਦਾ, ਕੋਈ ਨਾਮ ਨਹੀਂ ਜਪਦਾ, ਅਸੂਲਾਂ 'ਤੇ ਨਹੀਂ ਚੱਲਦਾ, ਤੇ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ? ਇੰਨੀ ਦੁਨੀਆ ਨੂੰ ਤੁਸੀਂ ਨਾਮ ਦੀ ਦਾਤ ਦਿੱਤੀ ਹੈ, ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ? ਤੇ ਹਜ਼ੂਰ ਮਹਾਰਾਜ ਜੀ ਨੇ ਕਿਹਾ ਕਿ ਸਾਡੇ ਸਿਰ ਦੇ ਉੱਤੇ ਲੱਖਾਂ ਹੀ ਵਾਲ ਨੇ, ਜੇ ਕੋਈ ਇੱਕ ਬਾਲ ਵੀ ਸਾਡਾ ਖਿੱਚ ਕੇ ਤੋੜ ਦੇਵੇ ਤੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਨਹੀਂ ਲੱਗ ਜਾਂਦਾ? ਤੇ ਸੇਵਕ ਨੇ ਕਿਹਾ ਕਿ ਬਾਬਾ ਜੀ ਬਿਲਕੁਲ ਲੱਗ ਜਾਂਦਾ ਹੈ। ਬਾਬਾ ਜੀ ਨੇ ਕਿਹਾ ਕਿ ਫਿਰ ਇਸੇ ਤਰ੍ਹਾਂ ਜਦੋਂ ਕੋਈ ਭਜਨ ਸਿਮਰਨ ਨਹੀਂ ਕਰਦਾ, ਅਸੂਲਾਂ 'ਤੇ ਨਹੀਂ ਚੱਲਦਾ, ਤੇ ਮੈਨੂੰ ਮਹਿਸੂਸ ਹੋ ਜਾਂਦਾ ਹੈ ਕਿ ਉਹ ਭਜਨ ਸਿਮਰਨ ਨਹੀਂ ਕਰਦਾ,
ਤੇ ਅਸੂਲਾਂ ਤੇ ਨਹੀਂ ਚੱਲਦਾ। ਜਦ ਗੁਰੂ ਨੂੰ ਸਭ ਪਤਾ ਲੱਗ ਜਾਂਦਾ ਹੈ ਤੇ ਅਸੀਂ ਕੀ ਸੋਚੀ ਬੈਠੇ ਹਾਂ। ਦਰਅਸਲ ਸਾਡੇ ਦਿਲਾਂ ਦੇ ਵਿੱਚੋਂ ਆਪਣੇ ਗੁਰੂ ਦਾ ਡਰ ਖਤਮ ਹੋ ਚੁੱਕਾ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਉਹਨਾਂ ਨੇ ਕਿਹੜਾ ਕੁਝ ਸਾਨੂੰ ਕਹਿਣਾ ਹੈ। ਭਰਾਵਾ, ਜਿਹੜੇ ਤੂੰ ਕਰਮ ਕਰ ਰਿਹਾ ਹੈ, ਜਿਹੜੇ ਤੂੰ ਕਰਮ ਕਰਦਾ ਪਿਆ ਹੈ, ਉਹਨਾਂ ਦਾ ਹਿਸਾਬ ਤਾਂ ਤੈਨੂੰ ਹੀ ਦੇਣਾ ਪੈਣਾ ਹੈ। ਉਹ ਹਿਸਾਬ ਕਿਸੇ ਹੋਰ ਨੇ ਨਹੀਂ ਦੇਣਾ ਤੇ ਨਾ ਕੋਈ ਦੇ ਸਕਦਾ ਹੈ। ਜਿਹਾ ਬੀਜੇ ਸੋ ਲੁਣੇ, ਕਰਮਾ ਸੰਧੜਾ ਖੇਤ। ਜਿਹੋ ਜਿਹਾ ਐ ਇਨਸਾਨ ਤੂੰ ਕਰਮ ਕਰੇਗਾ, ਜਿਹੋ ਜਿਹਾ ਬੀਜ ਬੀਜੇਗਾ, ਉਹੋ ਜਿਹਾ ਹੀ ਨਤੀਜਾ ਫਿਰ ਤੈਨੂੰ ਭੁਗਤਣਾ ਪਵੇਗਾ। ਤੇ ਫਿਰ ਜਦੋਂ ਕੋਈ ਦੁੱਖ ਆ ਜਾਂਦਾ ਹੈ, ਤਕਲੀਫ ਆ ਜਾਂਦੀ ਹੈ, ਤੇ ਫਿਰ ਇਨਸਾਨ ਸਤਿਗੁਰ ਦੇ ਅੱਗੇ ਜਾ ਕੇ ਗਿੜਗਿੜਾਉਂਦਾ ਹੈ ਕਿ ਬਖਸ਼ ਲਓ, ਮੇਰੇ ਤੋਂ ਗਲਤੀ ਹੋ ਗਈ। ਫੇਰ ਨਹੀਂ ਕਰਦਾ। ਕਿਸ ਤਰ੍ਹਾਂ ਐ ਜੀਵ ਤੂੰ ਮਾਫੀਆਂ ਮੰਗਦਾ ਹੈ। ਫਿਰ ਉਹ ਮਾਲਕ ਤੇਰੇ ਤੇ ਤਰਸ ਖਾ ਕੇ, ਤੇਰੇ ਤੇ ਦਇਆ ਕਰਕੇ ਤੈਨੂੰ ਬਖਸ਼ ਦਿੰਦਾ ਹੈ, ਤੇਰੇ ਤੇ ਕਿਰਪਾ ਕਰ ਦਿੰਦਾ ਹੈ। ਜਦੋਂ ਸਭ ਠੀਕ ਹੋ ਜਾਂਦਾ ਹੈ, ਸਭ ਨੋਰਮਲ ਹੋ ਜਾਂਦਾ ਹੈ, ਤੇ ਫਿਰ ਇਨਸਾਨ ਉਹੀ ਕੰਮ ਕਰਨ ਲੱਗ ਜਾਂਦਾ ਹੈ। ਫਿਰ ਉਸੇ ਤਰ੍ਹਾਂ ਝੂਠ, ਠੱਗੀ, ਬੇਈਮਾਨੀਆਂ, ਅਹੰਕਾਰ, ਮੈਂ ਮੇਰੀ ਕਰਨ ਲੱਗ ਜਾਂਦਾ ਹੈ। ਭੁੱਲ ਜਾਂਦਾ ਹੈ ਕਿ ਮਾਲਕ ਨੇ ਤੇਰੇ ਤੇ ਕਿਰਪਾ ਕੀਤੀ ਹੈ, ਤੈਨੂੰ ਇੱਕ ਮੌਕਾ ਹੋਰ ਦਿੱਤਾ ਹੈ। ਹਜੇ ਵੀ ਸੁਧਰ ਜਾ, ਇਹ ਸਭ ਛੱਡ ਦੇ ਤੇ ਉਸ ਮਾਲਕ ਦੀ ਇਬਾਦਤ ਕਰ ਲੈ। ਪਰ ਇਹ ਇਨਸਾਨ ਫਿਰ ਉਹੀ ਕੰਮ ਕਰਨ ਲੱਗ ਜਾਂਦਾ ਹੈ। ਇਨਸਾਨ ਸੋਚਦਾ ਹੈ ਕਿ ਗੁਰੂ ਤਾਰ ਲਿਆ ਤੇ 84 ਦੇ ਗੇੜ ਖਤਮ ਹੋ ਗਏ, ਹੁਣ ਅਸੀਂ ਨਾਮ ਜਪੀਏ ਤੇ ਚਾਹੇ ਨਾ ਜਪੀਏ। ਉਹ ਭਰਾਵਾ, ਇਸ ਤਰ੍ਹਾਂ ਜੇ ਮੁਕਤੀ ਮਿਲਦੀ ਹੁੰਦੀ ਤੇ ਕਿਸੇ ਨੇ ਵੀ ਇਸ ਸੰਸਾਰ ਤੇ ਵਾਪਸ ਨਹੀਂ ਆਉਣਾ ਸੀ। ਸਭ ਨੇ ਮੁਕਤ ਹੀ ਹੋ ਜਾਣਾ ਸੀ। ਸਭ ਨੇ ਹੀ ਨਾਮ ਲੈ ਕੇ ਉਸ ਮਾਲਕ ਦੀ ਗੋਦ ਦੇ ਵਿੱਚ ਸਮਾ ਜਾਣਾ ਸੀ। ਨਾ ਭਾਈ, ਇਸ ਤਰ੍ਹਾਂ ਨਹੀਂ ਹੁੰਦਾ। ਕਿਸੇ ਗਲਤ ਫਹਿਮੀ ਦੇ ਵਿੱਚ ਐ ਇਨਸਾਨ ਤੂੰ ਨਾ ਫਸਿਆ ਰਹੀਂ। ਬਿਨਾਂ ਕੁਝ ਕੀਤੇ, ਬਿਨਾਂ ਭਜਨ ਸਿਮਰਨ ਕੀਤੇ, ਬਿਨਾਂ ਮਿਹਨਤ ਕੀਤੇ ਤੇਰਾ ਪਾਰ ਉਤਾਰਾ ਨਹੀਂ ਹੋ ਸਕਦਾ। ਜਦ ਤੱਕ ਬੱਚਾ ਨਾ ਰੋਵੇ ਤੇ ਮਾਂ ਵੀ ਦੁੱਧ ਨਹੀਂ ਦਿੰਦੀ। ਤੇ ਐ ਇਨਸਾਨ ਤੂੰ ਕਿੱਥੇ ਭੁੱਲਿਆ ਬੈਠਾ ਹੈ। ਬਿਨਾਂ ਉਸ ਮਾਲਕ ਦੀ ਇਬਾਦਤ ਕੀਤੇ, ਬਿਨਾਂ ਭਜਨ ਸਿਮਰਨ ਕੀਤੇ ਤੇਰੀ ਗੱਲ ਨਹੀਂ ਬਣਨੀ। ਤੇ ਭਜਨ ਸਿਮਰਨ ਸਾਡੇ ਕੋਲੋਂ ਹੁੰਦਾ ਨਹੀਂ। ਅਸੀਂ ਸਾਰੇ ਹੀ ਆਪਣੇ ਸਤਿਗੁਰੂ ਦੇ ਅੱਗੇ ਜਾ ਕੇ ਅਰਦਾਸਾਂ ਕਰਦੇ ਹਾਂ ਕਿ ਬਾਬਾ ਜੀ, ਭਜਨ ਸਿਮਰਨ ਨਹੀਂ ਹੁੰਦਾ। ਬਾਕੀ ਸਭ ਤਾਂ ਠੀਕ ਹੈ, ਤੁਹਾਡੀ ਦਇਆ ਹੈ, ਪਰ ਭਜਨ ਸਿਮਰਨ ਨੂੰ ਵਕਤ ਨਹੀਂ ਦੇ ਹੁੰਦਾ। ਅੱਗਿਓਂ ਬਾਬਾ ਜੀ ਹਮੇਸ਼ਾ ਇਹੀ ਜਵਾਬ ਦਿੰਦੇ ਨੇ ਕਿ ਭਜਨ ਸਿਮਰਨ ਤਾਂ ਤੁਹਾਨੂੰ ਹੀ ਕਰਨਾ ਪੈਣਾ ਹੈ। ਇਹ ਨਾ ਸੋਚੋ ਕਿ ਤੁਹਾਡੀ ਜਗ੍ਹਾ ਕੋਈ ਹੋਰ ਭਜਨ ਸਿਮਰਨ ਕਰ ਲਵੇਗਾ ਤੇ ਫਾਇਦਾ ਤੁਹਾਨੂੰ ਪਹੁੰਚ ਜਾਏਗਾ। ਪਰ ਭੁੱਖ ਤੁਹਾਨੂੰ ਲੱਗੀ ਹੈ ਤੇ ਰੋਟੀ ਵੀ ਤੁਹਾਨੂੰ ਹੀ ਖਾਣੀ ਪਵੇਗੀ। ਬਿਨਾਂ ਖਾਧੇ ਭੁੱਖ ਨਹੀਂ ਮਿਟ ਸਕਦੀ। ਫਿਰ ਅਸੀਂ ਅਰਦਾਸਾਂ ਕਰਦੇ ਹਾਂ ਕਿ ਕੁਛ ਨਜ਼ਰ ਨਹੀਂ ਆਉਂਦਾ, ਸੱਚੇ ਪਾਤਸ਼ਾਹ ਕਿਰਪਾ ਕਰੋ। ਨਜ਼ਰ ਕਿਸ ਤਰ੍ਹਾਂ ਆ ਸਕਦਾ ਹੈ? ਬੜੇ ਮਹਾਰਾਜ ਜੀ ਕਹਿੰਦੇ ਸੀ ਕਿ ਅਸੀਂ ਸਾਰਾ ਦਿਨ ਇਸ ਦੁਨੀਆ ਦਾ ਸਿਮਰਨ ਕਰਦੇ ਰਹਿੰਦੇ ਹਾਂ, ਸਾਰਾ ਦਿਨ ਇਸ ਦੁਨੀਆ ਬਾਰੇ ਸੋਚਦੇ ਰਹਿੰਦੇ ਹਾਂ ਤੇ ਚਾਹੁੰਦੇ ਹਾਂ ਕਿ ਜਦੋਂ ਅਸੀਂ ਭਜਨ ਸਿਮਰਨ 'ਤੇ ਬੈਠੀਏ ਤੇ ਪਰਦਾ ਖੁੱਲ੍ਹ ਜਾਵੇ। ਅਗਰ ਸਾਰਾ ਦਿਨ ਦੁਨੀਆ ਬਾਰੇ ਸੋਚਦੇ ਰਹੇ ਹਾਂ, ਸਾਰਾ ਦਿਨ ਅਸੀਂ ਮਾਇਆ ਬਾਰੇ ਸੋਚਦੇ ਰਹੇ ਹਾਂ, ਤੇ ਭਜਨ ਸਿਮਰਨ ਦੇ ਵੇਲੇ ਕਿਸ ਤਰ੍ਹਾਂ ਮਨ ਦੁਨੀਆ ਨੂੰ ਛੱਡ ਕੇ ਉਸ ਪਰਮਾਤਮਾ ਦੇ ਵੱਲ ਲੱਗ ਸਕੇਗਾ? ਜੇ ਸਾਰਾ ਦਿਨ ਉਸ ਮਾਲਕ ਨੂੰ ਯਾਦ ਹੀ ਨਹੀਂ ਕੀਤਾ, ਉਸ ਦਾ ਸਿਮਰਨ ਹੀ ਨਹੀਂ ਕੀਤਾ, ਤੇ ਭਜਨ ਸਿਮਰਨ ਦੇ ਵਕਤ ਮਨ ਕਿਸ ਤਰ੍ਹਾਂ ਟਿਕ ਸਕੇਗਾ? ਸਾਰਾ ਦਿਨ ਤਾਂ ਮਨ ਬਾਹਰ ਹੀ ਭਟਕਦਾ ਰਹਿੰਦਾ ਹੈ ਤੇ ਭਜਨ ਵੇਲੇ ਵੀ ਇਹ ਮਨ ਫਿਰ ਬਾਹਰ ਨੂੰ ਹੀ ਭਟਕੇਗਾ। ਅਗਰ ਅਸੀਂ ਇਸ ਨੂੰ ਟਿਕਾਣਾ ਚਾਹੁੰਦੇ ਹਾਂ, ਅਗਰ ਅਸੀਂ ਉਸ ਮਾਲਕ ਨੂੰ ਪਾਉਣਾ ਚਾਹੁੰਦੇ ਹਾਂ, ਉਸ ਪਰਦੇ ਨੂੰ ਖੋਲ੍ਹਣਾ ਚਾਹੁੰਦੇ ਹਾਂ, ਤੇ ਸਾਨੂੰ ਆਪਣੇ ਮਨ ਨੂੰ ਇਸ ਦੁਨੀਆ ਦੇ ਖਿਆਲ ਤੋਂ ਹਟਾ ਕੇ ਉਸ ਮਾਲਕ ਦੀ ਤਰਫ ਲਗਾਉਣਾ ਪਵੇਗਾ। ਦੱਸਿਆ ਜਾਂਦਾ ਹੈ ਕਿ ਬੁੱਲੇ ਸ਼ਾਹ ਜਦੋਂ ਗੁਰੂ ਧਾਰਨ ਵਾਸਤੇ ਇਨਾਇਤ ਸ਼ਾਹ ਦੇ ਕੋਲ ਗਿਆ ਤੇ ਉਸ ਨੂੰ ਬੜਾ ਹੰਕਾਰ ਸੀ, ਕਿਉਂਕਿ ਬੁੱਲੇ ਸ਼ਾਹ ਦੇ ਕੋਲ ਗੁਰੂ ਧਾਰਨ ਤੋਂ ਪਹਿਲਾਂ ਕੁਝ ਰਿੱਧੀਆਂ ਸਿੱਧੀਆਂ ਆ ਗਈਆਂ ਸੀ ਤੇ ਲੋਕੀ ਬੁੱਲੇ ਨੂੰ ਮੱਥਾ ਟੇਕਦੇ ਸੀ ਤੇ ਬੁੱਲੇ ਨੂੰ ਲੋਕੀ ਬੁੱਲਾ ਸ਼ਾਹ ਕਹਿੰਦੇ ਸੀ। ਕਿਸੇ ਨੂੰ ਪੁੱਛਦਾ ਹੈ ਕਿ ਇਸ ਟਾਈਮ ਦੇ ਉੱਤੇ ਪੂਰਾ ਗੁਰੂ ਕੋਈ ਹੈ? ਕਿਸੇ ਨੇ ਦੱਸਿਆ ਕਿ ਤੂੰ ਇਨਾਇਤ ਸ਼ਾਹ ਦੇ ਕੋਲ ਚਲਾ ਜਾ ਉਹਨਾਂ ਨੂੰ ਗੁਰੂ ਧਾਰ ਲੈ। ਜਦ ਬੁੱਲੇ ਸ਼ਾਹ ਇਨਾਇਤ ਸ਼ਾਹ ਦੇ ਵੱਲ ਗਿਆ ਜਾ ਰਿਹਾ ਸੀ
ਤਾਂ ਦਿਲ ਦੇ ਵਿੱਚ ਸੋਚਦਾ ਹੈ ਕਿ ਪਤਾ ਨਹੀਂ ਗੁਰੂ ਪੂਰਾ ਹੈ ਵੀ ਜਾਂ ਨਹੀਂ। ਫਿਰ ਸੋਚਦਾ ਹੈ ਕਿ ਗੁਰੂ ਦੀ ਪਰਖ ਕਰ ਲੈਂਦੇ ਹਾਂ। ਰਾਸਤੇ ਦੇ ਵਿੱਚ ਇੱਕ ਅੰਬਾਂ ਦਾ ਦਰਖਤ ਸੀ, ਅੰਬਾਂ ਦਾ ਪੇੜ ਸੀ। ਬੁੱਲੇ ਸ਼ਾਹ ਨੇ ਇਸ਼ਾਰਾ ਕੀਤਾ ਤੇ ਕਿਹਾ ਕਿ ਸਾਰੇ ਅੰਬ ਨੀਚੇ ਗਿਰ ਜਾਓ। ਸਾਰੇ ਅੰਬ ਟੁੱਟ ਕੇ ਥੱਲੇ ਗਿਰ ਗਏ ਤੇ ਆਪਣੇ ਮਨ ਦੇ ਵਿੱਚ ਕਹਿੰਦਾ ਹੈ ਕਿ ਅਗਰ ਗੁਰੂ ਪੂਰਾ ਹੋਵੇਗਾ ਤਾਂ ਇਹ ਅੰਬਾਂ ਨੂੰ ਦੁਬਾਰਾ ਟਾਹਣੀਆਂ ਦੇ ਨਾਲ ਜੋੜ ਦੇਵੇਗਾ। ਇਹ ਕਹਿ ਕੇ ਅੱਗੇ ਵੱਧ ਗਿਆ ਤੇ ਜਦੋਂ ਇਨਾਇਤ ਸ਼ਾਹ ਦੀ ਕੁਟੀਆ ਦੇ ਵਿੱਚ ਪਹੁੰਚਿਆ ਤੇ ਕਿਸੇ ਨੂੰ ਪੁੱਛਦਾ ਹੈ ਕਿ ਇਨਾਇਤ ਸ਼ਾਹ ਇਸ ਟਾਈਮ ਕਿੱਥੇ ਨੇ। ਸੇਵਕ ਨੇ ਕਿਹਾ ਕਿ ਉਹ ਗੋਡੀ ਕਰ ਰਹੇ ਨੇ, ਉਹ ਪੌਦੇ ਲਗਾ ਰਹੇ ਨੇ, ਤੁਸੀਂ ਉਹਨਾਂ ਨੂੰ ਉੱਥੇ ਜਾ ਕੇ ਮਿਲ ਸਕਦੇ ਹੋ। ਜਦੋਂ ਬੁੱਲੇ ਸ਼ਾਹ ਇਨਾਇਤ ਸ਼ਾਹ ਦੇ ਕੋਲ ਜਾ ਕੇ ਬੈਠਾ ਤੇ ਆਖਦਾ ਹੈ ਕਿ ਮੈਂ ਆਪ ਨੂੰ ਗੁਰੂ ਧਾਰਨਾ ਚਾਹੁੰਦਾ ਹਾਂ। ਇਨਾਇਤ ਸ਼ਾਹ ਗੋਡੀ ਕਰ ਰਹੇ ਸੀ। ਫਿਰ ਕੋਲ ਹੋ ਕੇ ਬੁੱਲੇ ਸ਼ਾਹ ਪੁੱਛਦਾ ਹੈ ਕਿ ਰੱਬ ਦਾ ਕੀ ਪਾਣਾ ਹੈ, ਮੇਰਾ ਇਹ ਸਵਾਲ ਹੱਲ ਕਰ ਦਿਓ। ਇਨਾਇਤ ਸ਼ਾਹ ਨੇ ਕਿਹਾ ਕਿ ਰੱਬ ਦਾ ਕੀ ਪਾਣਾ, ਇੱਧਰੋਂ ਪੁੱਟਣਾ ਤੇ ਇੱਧਰੋਂ ਲਾਣਾ। ਇਨਾਇਤ ਸ਼ਾਹ ਦੇ ਕਹਿਣ ਦਾ ਮਤਲਬ ਸੀ ਕਿ ਆਪਣੇ ਮਨ ਨੂੰ ਦੁਨੀਆ ਦੀ ਤਰਫੋਂ ਤੋੜ ਕੇ ਉਸ ਪਰਮ ਪਿਤਾ ਪਰਮਾਤਮਾ ਦੇ ਵੱਲ ਲਾਣਾ ਹੈ। ਇਨਾਇਤ ਸ਼ਾਹ ਨੇ ਪੁੱਛਿਆ ਕਿ ਭਾਈ ਤੂੰ ਕੌਣ ਹੈ। ਬੁੱਲੇ ਨੇ ਹੰਕਾਰ ਦੇ ਵਿੱਚ ਆ ਕੇ ਕਿਹਾ ਕਿ ਮੈਂ ਬੁੱਲਾ ਸ਼ਾਹ ਹਾਂ। ਇਨਾਇਤ ਸ਼ਾਹ ਨੇ ਕਿਹਾ ਕਿ ਸ਼ਾਹ? ਉਹਨਾਂ ਨੇ ਕਿਹਾ ਕਿ ਸ਼ਾਹਾਂ ਦਾ ਭਾਈ ਇੱਥੇ ਕੋਈ ਕੰਮ ਨਹੀਂ, ਅਸੀਂ ਤਾਂ ਫਕੀਰ ਲੋਕ ਹਾਂ। ਭਾਵ ਉਹਨਾਂ ਨੇ ਨਾਮ ਦੀ ਦਾਤ ਦੇਣ ਤੋਂ ਮਨਾ ਕਰ ਦਿੱਤਾ। ਬੁੱਲੇ ਸ਼ਾਹ ਹੰਕਾਰ ਦੇ ਵਿੱਚ ਵਾਪਸ ਆ ਗਿਆ ਤੇ ਰਾਸਤੇ ਦੇ ਵਿੱਚ ਜਦੋਂ ਉਸੇ ਪੇੜ ਦੇ ਕੋਲੋਂ ਲੰਘਦਾ ਪਿਆ ਸੀ ਤੇ ਉਸ ਨੇ ਦੇਖਿਆ ਕਿ ਸਾਰੇ ਅੰਬ ਦਰਖਤ ਦੇ ਨਾਲ ਲੱਗ ਚੁੱਕੇ ਸੀ। ਬੁੱਲੇ ਸ਼ਾਹ ਘਰ ਜਾ ਕੇ ਲੇਟ ਗਿਆ, ਪਰ ਨੀਂਦਰ ਕਿੱਥੋਂ ਆਵੇ। ਉਸ ਨੂੰ ਸਾਰੀ ਰਾਤ ਨੀਂਦ ਨਾ ਆਈ। ਮਨ ਦੇ ਵਿੱਚ ਬੇਚੈਨੀ ਛਾਈ ਰਹੀ। ਆਖਿਰ ਅੰਦਰ ਚੋਟ ਵੱਜ ਚੁੱਕੀ ਸੀ। ਸਾਰੀ ਰਾਤ ਜਾਗਦਾ ਰਿਹਾ। ਅਸੀਂ ਸਾਰੇ ਜਾਣਦੇ ਹੀ ਹਾਂ ਕਿ ਕਿਸ ਤਰ੍ਹਾਂ ਬੁੱਲੇ ਸ਼ਾਹ ਨੂੰ ਆਪਣਾ ਗੁਰੂ ਮਨਾਉਣ ਵਾਸਤੇ ਕੀ ਕਰਨਾ ਪਿਆ, ਕਿਸ ਤਰ੍ਹਾਂ ਉਸਨੇ ਤਰਲੇ ਮਾਰੇ, ਕਿਸ ਤਰ੍ਹਾਂ ਬਾਅਦ ਦੇ ਵਿੱਚ ਕੰਜਰਾਂ ਦੇ ਨਾਲ ਜਾ ਕੇ ਰਲ ਗਿਆ। ਫਿਰ ਕਈ ਕੁਝ ਕੀਤਾ। ਭਾਵ ਗੁਰੂ ਨੂੰ ਮਨਾਉਣਾ ਸੌਖੀ ਗੱਲ ਨਹੀਂ। ਗੁਰੂ ਰੁੱਸ ਜਾਵੇ ਤਾਂ ਉਸ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਗੁਰੂ ਦਾ ਦਰਕਾਰਿਆ ਹੋਇਆ ਕੋਈ ਵੀ ਨਹੀਂ ਚੱਲਦਾ। ਉਸ ਨੂੰ ਦੋਨਾਂ ਜਹਾਨਾਂ ਦੇ ਵਿੱਚ ਧੱਕੇ ਪੈਂਦੇ ਨੇ। ਗੁਰੂ ਦੀ ਗੱਲ ਤਾਂ ਪਰਮਾਤਮਾ ਵੀ ਨਹੀਂ ਮੋੜ ਸਕਦਾ। ਤੀਨ ਲੋਕ ਨੋ ਖੰਡ ਮੇ ਗੁਰੂ ਸੇ ਬੜਾ ਨਾ ਕੋਏ, ਕਰਤਾ ਕਰੇ ਨਾ ਕਰ ਸਕੇ ਗੁਰੂ ਕਰੇ ਸੋ ਹੋਏ। ਗੁਰੂ ਤਾਂ ਉਸ ਮਾਲਕ ਦਾ ਲਿਖਿਆ ਵੀ ਮਿਟਾ ਸਕਦਾ ਹੈ, ਕਿਉਂਕਿ ਗੁਰੂ ਦੇ ਵਿੱਚ ਤੇ ਉਸ ਮਾਲਕ ਦੇ ਵਿੱਚ ਕੋਈ ਵੀ ਭਿੰਨ ਭੇਦ ਨਹੀਂ ਹੁੰਦਾ। ਅਸੀਂ ਜਾਣਦੇ ਹੀ ਹਾਂ ਕਿ ਕਿਸ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਕੋਲ ਇੱਕ ਬੀਬੀ ਰੋਂਦੀ ਹੋਈ ਆਈ ਤੇ ਉਹਨਾਂ ਦੇ ਪਾਸੋਂ ਪੁੱਤਰ ਦੀ ਦਾਤ ਮੰਗੀ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਬੀਬੀ ਤੇਰੇ ਕਰਮਾਂ 'ਚ ਪੁੱਤਰ ਦਾ ਸੁੱਖ ਨਹੀਂ ਹੈ। ਉਹ ਬੀਬੀ ਰੋਂਦੀ ਰੋਂਦੀ ਜਦ ਵਾਪਸ ਆਂਦੀ ਪਈ ਸੀ ਤਾਂ ਇੱਕ ਸਿੱਖ ਨੇ ਦੇਖਿਆ ਤੇ ਉਸ ਬੀਬੀ ਨੂੰ ਪੁੱਛਿਆ ਕਿ ਤੂੰ ਰੋਂਦੀ ਹੋਈ ਕਿਉਂ ਵਾਪਸ ਆ ਰਹੀ ਹੈ। ਮੈਂ ਤਾਂ ਇਸ ਦਰ ਦੇ ਉੱਤੇ ਰੋਂਦੇ ਹੋਏ ਬੰਦੇ ਜਾਂਦੇ ਦੇਖੇ ਨੇ ਤੇ ਵਾਪਸ ਹੱਸਦੇ ਹੋਏ ਆਂਦੇ ਦੇਖੇ ਨੇ। ਤੂੰ ਪਹਿਲੀ ਹੈ ਜੋ ਰੋਂਦੀ ਹੋਈ ਗਈ ਤੇ ਰੋਂਦੀ ਹੋਈ ਹੀ ਵਾਪਸ ਆ ਰਹੀ ਹੈ। ਉਸ ਬੀਬੀ ਨੇ ਉਸ ਸਿੱਖ ਨੂੰ ਸਾਰੀ ਗੱਲ ਦੱਸੀ ਔਰ ਦੱਸਿਆ ਕਿ ਮੈਂ ਗੁਰੂ ਸਾਹਿਬ ਦੇ ਕੋਲੋਂ ਪੁੱਤਰ ਦੀ ਦਾਤ ਮੰਗਣ ਗਈ ਸੀ, ਪਰ ਗੁਰੂ ਸਾਹਿਬ ਨੇ ਕਿਹਾ ਕਿ ਤੇਰੇ ਕਰਮਾਂ ਦੇ ਵਿੱਚ, ਤੇਰੇ ਲੇਖਾਂ ਦੇ ਵਿੱਚ ਪੁੱਤਰ ਦਾ ਸੁੱਖ ਨਹੀਂ ਹੈ, ਇਸ ਲਈ ਮੈਂ ਵਾਪਸ ਆ ਗਈ। ਉਸ ਸਿੱਖ ਨੇ ਉਹਨੂੰ ਸਮਝਾਇਆ। ਉਸ ਨੇ ਕਿਹਾ ਕਿ ਤੈਨੂੰ ਮੰਗਣਾ ਨਹੀਂ ਆਇਆ, ਤੈਨੂੰ ਅਰਦਾਸ ਕਰਨੀ ਨਹੀਂ ਆਈ। ਤੂੰ ਗੁਰੂ ਸਾਹਿਬ ਦੇ ਕੋਲ ਜਾ ਤੇ ਫਰਮਾ ਕਿ ਫੇਰ ਕੀ ਹੋਇਆ ਜੇ ਮੇਰੇ ਕਰਮਾਂ ਦੇ ਵਿੱਚ, ਮੇਰੀ ਕਿਸਮਤ ਦੇ ਵਿੱਚ ਪੁੱਤਰ ਦਾ ਸੁੱਖ ਨਹੀਂ ਹੈ, ਮੇਰੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਲਿਖਿਆ। ਜੇ ਤੁਸੀਂ ਉੱਥੇ ਲਿਖਣਾ ਭੁੱਲ ਗਏ ਹੋ ਤੇ ਤੁਸੀਂ ਪੁੱਤਰ ਇੱਥੇ ਲਿਖ ਦਿਓ। ਉਸ ਸਿੱਖ ਨੇ ਉਸ ਬੀਬੀ ਨੂੰ ਇੱਕ ਕਾਪੀ ਤੇ ਕਲਮ ਦੇ ਦਿੱਤੀ ਔਰ ਕਿਹਾ ਕਿ ਗੁਰੂ ਸਾਹਿਬ ਦੇ ਕੋਲੋਂ ਹੁਣ ਲਿਖਵਾ ਕੇ ਹੀ ਲਿਆਈ। ਉਹ ਬੀਬੀ ਨੇ ਉਸੇ ਤਰ੍ਹਾਂ ਕੀਤਾ। ਉਹ ਬੀਬੀ ਫਿਰ ਗੁਰੂ ਸਾਹਿਬ ਦੇ ਕੋਲ ਗਈ ਤੇ ਗੁਰੂ ਸਾਹਿਬ ਘੋੜੇ ਦੇ ਉੱਤੇ ਕਿਤੇ ਜਾ ਰਹੇ ਸੀ
ਤੇ ਉਹ ਬੀਬੀ ਘੋੜੇ ਦੀ ਲਗਾਮ ਫੜ ਕੇ ਖੜ ਗਈ ਔਰ ਕਹਿਣ ਲੱਗੀ ਕਿ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਗੁਰੂ ਸਾਹਿਬ ਨੇ ਕਿਹਾ ਕਿ ਬੀਬੀ, ਤੈਨੂੰ ਕਿਹਾ ਤਾਂ ਸੀ ਕਿ ਤੇਰੇ ਕਰਮਾਂ ਦੇ ਵਿੱਚ, ਤੇਰੇ ਲੇਖਾਂ ਦੇ ਵਿੱਚ ਪੁੱਤਰ ਦਾ ਸੁੱਖ ਨਹੀਂ ਹੈ। ਉਹ ਬੀਬੀ ਰੋ ਕੇ ਕਹਿਣ ਲੱਗੀ ਕਿ ਸੱਚੇ ਪਾਤਸ਼ਾਹ, ਤੁਸੀਂ ਦੋਨਾਂ ਜਹਾਨਾਂ ਦੇ ਵਾਲੀ ਹੋ। ਇੱਥੇ ਵੀ ਤੁਸੀਂ ਤੇ ਉੱਥੇ ਵੀ ਤੁਸੀਂ ਹੋ। ਜੇ ਉੱਥੇ ਲਿਖਣਾ ਭੁੱਲ ਗਏ ਹੋ ਤੇ ਹੁਣ ਲਿਖ ਦਿਓ। ਆ ਲਓ ਕਾਪੀ ਤੇ ਕਲਮ। ਉਸ ਨੇ ਸੱਚੇ ਪਾਤਸ਼ਾਹ ਨੂੰ ਦੇ ਦਿੱਤੀ ਔਰ ਇੱਕ ਪੁੱਤਰ ਦੀ ਦਾਤ ਲਿਖਣ ਨੂੰ ਕਿਹਾ। ਗੁਰੂ ਸਾਹਿਬ ਨੇ ਮੁਸਕਰਾ ਕੇ ਉਸ ਬੀਬੀ ਵੱਲ ਦੇਖਿਆ ਤੇ ਉਹਦੇ ਕਾਪੀ ਦੇ ਉੱਤੇ ਇੱਕ ਪੁੱਤਰ ਦੀ ਦਾਤ ਲਿਖਣ ਲੱਗੇ ਤੇ ਘੋੜਾ ਹਿੱਲ ਗਿਆ ਤੇ ਇੱਕ ਪੁੱਤਰ ਦੀ ਥਾਂ ਸਾਤਾ ਬਣ ਗਿਆ। ਔਰ ਇਤਿਹਾਸ ਗਵਾਹ ਹੈ ਕਿ ਉਸ ਬੀਬੀ ਦੇ 7 ਪੁੱਤਰ ਹੋਏ। ਗੁਰੂ ਬਹੁਤ ਵੱਡੀ ਪਾਵਰ ਹੁੰਦੀ ਹੈ, ਉਸ ਦੇ ਕੋਲ ਨਾਮ ਦੀ ਸ਼ਕਤੀ ਹੁੰਦੀ ਹੈ। ਉਸ ਦੀ ਗੱਲ ਤਾਂ ਉਹ ਮਾਲਕ ਵੀ ਬਦਲ ਨਹੀਂ ਸਕਦਾ। ਫਿਰ ਅਸੀਂ ਗੁਰੂ ਨੂੰ ਕੀ ਸਮਝੀ ਬੈਠੇ ਹਾਂ। ਸਾਨੂੰ ਤਾਂ ਮੰਗਣਾ ਵੀ ਨਹੀਂ ਆਉਂਦਾ। ਹਰ ਵੇਲੇ ਦੁਨੀਆ ਦੀਆਂ ਚੀਜ਼ਾਂ, ਦੁਨੀਆ ਦਾ ਸਮਾਨ ਤੇ ਪੈਸਾ ਵਗੈਰਾ ਹੀ ਮੰਗਦੇ ਰਹਿੰਦੇ ਹਾਂ। ਮਾफ़ ਕਰਨਾ, ਵੈਸੇ ਅਸੀਂ ਉਸ ਮਾਲਕ ਦੇ ਅੱਗੇ ਅਰਦਾਸਾਂ ਕੀ ਕਰਦੇ ਹਾਂ। ਅਸੀਂ ਸਾਰੇ ਜਾਣਦੇ ਹੀ ਹਾਂ, ਥੋੜ੍ਹੀ ਜਿਹੀ ਸੇਵਾ ਕਰਕੇ ਵੱਡੀ ਉਮੀਦ, ਵੱਡੀ ਮੰਗ ਰੱਖਦੇ ਹਾਂ। ਜਦੋਂ ਕਿਤੇ ਗੁਰੂ ਘਰ ਚਲੇ ਜਾਈਏ, ਗੁਰੂ ਦੇ ਦਰ 'ਤੇ ਚਲੇ ਜਾਈਏ, ਮਾਇਆ ਪਾਣ ਲੱਗੇ, ਸੇਵਾ ਪਾਣ ਲੱਗੇ, ਸਭ ਤੋਂ ਛੋਟਾ ਨੋਟ ਲੱਭਦੇ ਹਾਂ। ਜੇ ਛੋਟਾ ਨੋਟ ਨਾ ਮਿਲੇ ਤੇ ਸੇਵਾ ਪਾਉਂਦੇ ਹੀ ਨਹੀਂ ਹਾਂ, ਉੱਦਾਂ ਹੀ ਮੱਥਾ ਟੇਕ ਲੈਂਦੇ ਹਾਂ। ਦੇਖੋ, ਅਸੀਂ ਉਹਦਾ ਪੈਸਾ ਦਿੱਤਾ, ਉਸ ਨੂੰ ਹੀ ਦੇਣ ਲੱਗੇ, ਕਿਸ ਤਰ੍ਹਾਂ ਸਾਡੀ ਜਾਨ ਨਿਕਲਦੀ ਹੈ। ਦਸਵੰਧ ਤਾਂ ਸਾਡੇ ਕੋਲੋਂ ਨਿਕਲਦਾ ਨਹੀਂ, ਕਦੇ ਸਾਨੂੰ ਮੌਕਾ ਹੀ ਨਹੀਂ ਮਿਲਦਾ। ਤੇ ਜੇ ਕਦੀ ਮੌਕਾ ਮਿਲਦਾ ਹੈ ਸੇਵਾ ਪਾਉਣ ਦਾ ਤੇ ਸਾਡੇ ਕੋਲੋਂ ਸੇਵਾ ਪਾਈ ਨਹੀਂ ਜਾਂਦੀ। ਸਾਡਾ ਪੈਸੇ ਦੇ ਨਾਲ ਕਿੰਨਾ ਮੋਹ ਫਸਿਆ ਪਿਆ ਹੈ। ਦੁੱਖ ਤਕਲੀਫਾਂ, ਡਾਕਟਰਾਂ ਨੂੰ ਪੈਸੇ ਦੇ ਦਿੰਦੇ ਹਾਂ, ਪਰ ਗੁਰੂ ਦੀ ਗੋਲਕ ਦੇ ਵਿੱਚ ਮਾਇਆ ਪਾਣ ਲੱਗੇ ਸਾਡਾ ਕਲੇਜਾ ਨਿਕਲਦਾ ਹੈ। ਉਹਨੂੰ ਤੁਹਾਡੇ ਪੈਸੇ ਦੀ ਲੋੜ ਨਹੀਂ, ਉਹਨੂੰ ਤਾਂ ਤੁਹਾਡੇ ਅੰਦਰ ਦੀ ਸ਼ਰਧਾ ਦੇਖਣੀ ਹੈ। ਉਸ ਨੇ ਤਾਂ ਤੁਹਾਡੇ ਅੰਦਰ ਦਾ ਪਿਆਰ ਦੇਖਣਾ ਹੈ। ਅਸੀਂ ਥੋੜ੍ਹੀ ਜਿਹੀ ਸੇਵਾ ਪਾ ਕੇ ਨਾਲ ਹੀ ਮਾਲਕ ਦੇ ਅੱਗੇ ਲੰਬੀ ਚੌੜੀ ਲਿਸਟ ਰੱਖ ਦਿੰਦੇ ਹਾਂ ਕਿ ਬਾਬਾ ਜੀ ਸਾਨੂੰ ਆਹ ਦੇ ਦੇਵੋ, ਸਾਨੂੰ ਆਹ ਦੇ ਦਿਓ। ਜਦ ਅਸੀਂ ਮੰਗ ਹੀ ਦੁਨੀਆ ਦੀਆਂ ਨਾਸ਼ਵਾਨ ਚੀਜ਼ਾਂ ਰਹੇ ਹਾਂ, ਮੰਗ ਹੀ ਉਹ ਰਹੇ ਹਾਂ ਜਿਹਦੇ ਨਾਲ ਸਾਨੂੰ ਸੁੱਖ ਨਹੀਂ ਮਿਲ ਸਕਦਾ, ਫਿਰ ਅਸੀਂ ਕਿਸ ਤਰ੍ਹਾਂ ਸੁਖੀ ਹੋ ਸਕਦੇ ਹਾਂ। ਉਹ ਭਰਾਵਾ, ਉਸ ਮਾਲਕ ਦੇ ਕੋਲੋਂ ਅਗਰ ਤੂੰ ਇਹ ਇਨਸਾਨ ਉਸ ਮਾਲਕ ਨੂੰ ਹੀ ਮੰਗ ਲਵੇਂ ਤਾਂ ਤੈਨੂੰ ਸਭ ਕੁਝ ਹੀ ਆ ਜਾਵੇਗਾ, ਤੈਨੂੰ ਸਭ ਕੁਝ ਹੀ ਮਿਲ ਜਾਵੇਗਾ। ਇੱਕ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਗਤ ਦੇ ਵਿੱਚ ਬੈਠੇ ਸੇਵਕਾਂ ਨੂੰ ਕਿਹਾ ਕਿ ਕੋਈ ਹੈ ਜੋ ਜਪਜੀ ਸਾਹਿਬ ਦਾ ਤਰਜਮਾ ਕਰਕੇ ਮੈਨੂੰ ਸੁਣਾ ਸਕੇ। ਇੱਕ ਬੰਦਾ ਜਿਸ ਦਾ ਨਾਂ ਹਿਸਟਰੀ ਦੇ ਵਿੱਚ ਰੂਪਾ ਦੱਸਿਆ ਜਾਂਦਾ ਹੈ, ਉਹ ਖੜਾ ਹੋ ਗਿਆ ਔਰ ਗੁਰੂ ਸਾਹਿਬ ਦੇ ਕੋਲ ਜਾ ਕੇ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ, ਮੇਰੇ ਸਿਰ ਦੇ ਉੱਤੇ ਹੱਥ ਰੱਖ ਦਿਓ। ਗੁਰੂ ਸਾਹਿਬ ਨੇ ਪਿਆਰ ਦੇ ਨਾਲ ਸਿਰ ਦੇ ਉੱਤੇ ਹੱਥ ਰੱਖ ਦਿੱਤਾ। ਗੱਲ ਤਾਂ ਹੱਥ ਰੱਖਣ ਦੀ ਸੀ, ਬਾਕੀ ਤਾਂ ਸਭ ਕੁਝ ਆਪੇ ਹੋ ਹੀ ਜਾਣਾ ਸੀ। ਖੈਰ, ਬੜਾ ਵਧੀਆ ਉਸ ਨੇ ਜਪਜੀ ਸਾਹਿਬ ਦਾ ਤਰਜਮਾ ਕੀਤਾ। ਸਾਰੀ ਸੰਗਤ ਝੂਮਣ ਲੱਗ ਗਈ, ਗੁਰੂ ਸਾਹਿਬ ਵੀ ਝੂਮਣ ਲੱਗ ਗਏ। ਉਸ ਨੇ ਮਨ ਦੇ ਅੰਦਰ ਸੋਚਿਆ ਕਿ ਗੁਰੂ ਸਾਹਿਬ ਬਹੁਤ ਖੁਸ਼ ਹੈ, ਮੈਨੂੰ ਇਨਾਮ ਦੇਣਗੇ। ਮੈਂ ਪਹਿਲਾਂ ਹੀ ਸੋਚ ਕੇ ਰੱਖਾਂ ਕਿ ਮੈਂ ਕੀ ਮੰਗਣਾ ਹੈ। ਸੋਚਦਾ ਹੈ ਕਿ ਮੈਂ ਗੁਰੂ ਸਾਹਿਬ ਤੋਂ ਉਹ ਜਿਹੜਾ 1 ਲੱਖ ਰੁਪਏ ਵਾਲਾ ਚੀਨਾ ਘੋੜਾ ਗੁਰੂ ਸਾਹਿਬ ਦੇ ਕੋਲ ਹੈ ਉਹ ਮੰਗ ਲਵਾਂਗਾ। ਗੁਰੂ ਸਾਹਿਬ ਨੇ ਨਾਲ ਹੀ ਕਿਹਾ ਕਿ ਰੁਪਿਆ ਸਾਸੰਗ ਬੰਦ ਕਰ ਦੇ, ਚੁੱਪ ਹੋ ਜਾ। ਕਹਿੰਦੇ ਕਿ ਘੋੜਿਆ ਕੀ ਮੰਗਿਆ? ਓਏ ਘੋੜਾ ਮੰਗਿਆ? ਮੈਂ ਤਾਂ ਤੈਨੂੰ ਆਪਣੀ ਗੋਦ ਦੇ ਵਿੱਚ ਬਿਠਾਲਣ ਨੂੰ ਤਿਆਰ ਸੀ ਤੇ ਤੂੰ ਘੋੜਾ ਮੰਗ ਲਿਆ। ਸੋ ਅਸੀਂ ਕਦੇ ਮਾਲਕ ਨੂੰ ਨਹੀਂ ਮੰਗਦੇ, ਦੁਨੀਆ ਦੀਆਂ ਨਿਆਮਤਾਂ ਮੰਗਣ ਦੇ ਵਿੱਚ ਹੀ ਲੱਗੇ ਰਹਿੰਦੇ ਹਾਂ। ਅਗਰ ਗੁਰੂ ਤੋਂ ਗੁਰੂ ਨੂੰ ਹੀ ਮੰਗ ਲਿਆ ਜਾਵੇ ਤੇ ਦੁਨੀਆ ਦੇ ਰਾਜ ਪਾਠ ਸਭ ਕੁਝ ਵਿੱਚੇ ਹੀ ਆ ਜਾਂਦੇ ਨੇ, ਅਸੀਂ ਰਾਜੇ ਬਣ ਜਾਂਦੇ ਹਾਂ। ਪਰ ਅਸੀਂ ਤਾਂ ਮਾਇਆ ਨੂੰ ਮੰਗ ਕੇ ਭਿਖਾਰੀ ਬਣੇ ਬੈਠੇ ਹਾਂ। ਅਸੀਂ ਉਸ ਦਾ ਸ਼ੁਕਰ ਨਹੀਂ ਕਰਦੇ ਜਿਸ ਨੇ ਸਾਨੂੰ ਇੰਨਾ ਕੁਝ ਦਿੱਤਾ ਹੋਇਆ ਹੈ। ਕਦੀ ਉਹਦਾ ਸ਼ੁਕਰਾਨਾ ਨਹੀਂ ਕੀਤਾ। ਉਸ ਮਾਲਕ ਨੇ ਧਨ ਦੌਲਤ ਦਿੱਤੀ, ਬਾਲ ਬੱਚੇ ਦਿੱਤੇ, ਘਰ ਪਰਿਵਾਰ ਦਿੱਤਾ,
ਉਸ ਨੇ ਤਾਂ ਸਾਨੂੰ ਸਭ ਤੋਂ ਵੱਡੀ ਔਰ ਕੀਮਤੀ ਚੀਜ਼ ਪੂਰਨ ਸਰੀਰ ਦਿੱਤਾ ਹੈ। ਫਿਰ ਇਹ ਇਨਸਾਨ ਤੇਰੇ ਤੇ ਉਸ ਮਾਲਕ ਨੇ ਕਿਰਪਾ ਕੀਤੀ ਤੇ ਤੈਨੂੰ ਨਾਮ ਦੀ ਦਾਤ ਵੀ ਦੇ ਦਿੱਤੀ। ਤੇਰੇ ਅਵਗੁਣ ਨਹੀਂ ਦੇਖੇ, ਤੇਰੇ ਪੈੜੇ ਖੋਟੇ ਕਰਮਾਂ ਨੂੰ ਨਹੀਂ ਦੇਖਿਆ ਤੇਰੇ ਤੇ, ਫਿਰ ਵੀ ਉਸ ਨੇ ਮਿਹਰ ਕਰ ਦਿੱਤੀ ਤੇ ਤੈਨੂੰ ਨਾਮ ਬਖਸ਼ ਦਿੱਤਾ। ਨਹੀਂ ਤਾਂ ਅਸੀਂ ਜਾਣਦੇ ਹੀ ਹਾਂ ਕਿ ਪਹਿਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਲੋਕੀ ਕਿੰਨੀਆਂ ਮੁਸ਼ਕਿਲਾਂ ਦੇ ਬਾਅਦ ਨਾਮ ਦੀ ਪ੍ਰਾਪਤੀ ਕਰਦੇ ਸੀ। ਕਈ ਸਾਲ ਲੰਘ ਜਾਂਦੇ ਸੀ, ਕਈ ਸਾਲ ਸੇਵਾ ਕਰਨੀ ਪੈਂਦੀ ਸੀ, ਫਿਰ ਜਾ ਕੇ ਗੁਰੂ ਨਾਮ ਦੀ ਦਾਤ ਬਖਸ਼ਦਾ ਸੀਗਾ। ਅਸੀਂ ਜਾਣਦੇ ਹੀ ਹਾਂ ਕਿ ਕਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਕਿਸ ਉਮਰ ਦੇ ਵਿੱਚ ਆ ਕੇ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ। ਕਿੰਨੇ ਸਾਲ ਉਹ ਕਰਮ ਕਾਂਡਾਂ ਦੇ ਵਿੱਚ ਹੀ ਭਟਕਦੇ ਰਹੇ, ਫਿਰ ਜਾ ਕੇ ਉਹਨਾਂ ਨੂੰ ਗੁਰੂ ਦੀ ਸ਼ਰਨ ਮਿਲੀ। ਅਸੀਂ ਸਾਰੇ ਜਾਣਦੇ ਹੀ ਹਾਂ। ਵੈਸੇ ਸ਼ਰਨ 'ਚ ਅਸੀਂ ਵੀ ਆਏ ਹਾਂ, ਪਰ ਅਸੀਂ ਭੁੱਲ ਗਏ ਹਾਂ ਕਿ ਅਸੀਂ ਉਸ ਮਾਲਕ ਦੇ ਨਾਲ ਕੀ ਵਾਅਦੇ ਕੀਤੇ ਸੀ, ਆਪਣੇ ਗੁਰੂ ਦੇ ਨਾਲ ਕੀ ਵਾਅਦਾ ਕਰਕੇ ਆਏ ਸੀ। ਯਾਦ ਕਰੋ, ਜਦੋਂ ਪਰਚੀ ਦੀ ਲਾਈਨ ਦੇ ਵਿੱਚ ਲੱਗੇ ਸੀ ਨਾਮ ਲੈਣ ਦੇ ਵਾਸਤੇ, ਤੇ ਕਿਸ ਤਰ੍ਹਾਂ ਉਸ ਮਾਲਕ ਦੇ ਅੱਗੇ ਦੁਆਵਾਂ ਕਰਦੇ ਸੀ ਕਿ ਮਾਲਕਾ ਸਾਨੂੰ ਨਾਮਦਾਨ ਦੀ ਪਰਚੀ ਮਿਲ ਜਾਵੇ, ਅਸੀਂ ਭਜਨ ਸਿਮਰਨ ਕਰਿਆ ਕਰਾਂਗੇ। ਕਿਸ ਤਰ੍ਹਾਂ ਗਿੜਗਿੜਾਉਂਦੇ ਸੀ ਉਸ ਮਾਲਕ ਦੇ ਅੱਗੇ ਕਿ ਕਿਤੇ ਰਿਜੈਕਟ ਨਾ ਹੋ ਜਾਈਏ। ਕਈਆਂ ਨੂੰ ਤਾਂ 2-3 ਵਾਰ ਦੇ ਵਿੱਚ ਵੀ ਪਰਚੀ ਨਹੀਂ ਮਿਲਦੀ ਤੇ ਫਿਰ ਜਾ ਕੇ ਉਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋਈ। ਸਾਨੂੰ ਨਾਮ ਆਸਾਨੀ ਦੇ ਨਾਲ ਮਿਲ ਗਿਆ ਹੈ ਤੇ ਸਾਨੂੰ ਕਦਰ ਨਹੀਂ, ਤੇ ਹੁਣ ਸਾਡੀ ਕੀ ਹਾਲਤ ਹੈ ਅਸੀਂ ਜਾਣਦੇ ਹੀ ਹਾਂ ਕਿ ਕਿੰਨਾ ਕੁ ਵਕਤ ਅਸੀਂ ਭਜਨ ਸਿਮਰਨ ਨੂੰ ਦਿੰਦੇ ਹਾਂ। ਸਾਡੇ ਕੋਲੋਂ ਤਾਂ ਸਿਰਫ ਉਸ ਮਾਲਕ ਦੀ ਇਬਾਦਤ ਵਾਸਤੇ ਟਾਈਮ ਮਿਲਦਾ ਹੀ ਨਹੀਂ। ਹਰ ਵੇਲੇ ਸਾਡੇ ਕੋਲ ਹੋਰਾਂ ਲਈ ਟਾਈਮ ਹੈ, ਪਰ ਉਸ ਮਾਲਕ ਦੇ ਲਈ ਸਾਡੇ ਕੋਲ ਟਾਈਮ ਨਹੀਂ। ਮੂਵੀ ਦੇਖਣ ਚਲੇ ਜਾਈਏ ਤੇ 3-3 ਘੰਟੇ ਬੈਠੇ ਰਹਿੰਦੇ ਹਾਂ, ਉੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਕੁਝ ਨਹੀਂ ਦੁਖਦਾ। ਕਿਤੇ ਸਾਡੇ ਮਨ ਦੇ ਵਿੱਚ ਕੋਈ ਹੋਰ ਖਿਆਲ ਨਹੀਂ ਆਉਂਦਾ, ਕੋਈ ਮਨ ਨਹੀਂ ਭਟਕਦਾ। ਇੱਕ ਸੀਨ, ਇੱਕ ਗੱਲ ਸਾਨੂੰ ਯਾਦ ਹੁੰਦੀ ਹੈ। ਪਰ ਜਦੋਂ ਭਜਨ ਸਿਮਰਨ ਦੇ ਵਕਤ ਸਾਨੂੰ ਬੈਠਣਾ ਪੈਂਦਾ ਹੈ ਤੇ ਸਾਨੂੰ ਪਿੱਛੂ ਲੜਦਾ ਹੈ, ਕਿਉਂਕਿ ਸਾਡਾ ਮਨ ਸਾਨੂੰ ਟਿਕਣ ਨਹੀਂ ਦਿੰਦਾ। ਇਹ ਸਾਰੇ ਪਵਾੜੇ ਇਸ ਮਨ ਦੇ ਪਾਏ ਹੋਏ ਨੇ। ਇਸ ਮਨ ਦੇ ਨਾਲ ਸਾਨੂੰ ਲੜਾਈ ਕਰਨੀ ਪਵੇਗੀ, ਨਹੀਂ ਤਾਂ ਅਸੀਂ ਬਾਰ-ਬਾਰ ਇਸ 84 ਦੇ ਗੇੜ ਦੇ ਵਿੱਚ ਫਸੇ ਰਹਾਂਗੇ। ਇਸ ਨੂੰ ਰੋਜ਼-ਰੋਜ਼ ਅਭਿਆਸ ਦੇ ਨਾਲ ਕਾਬੂ ਕਰਨਾ ਪੈਣਾ ਹੈ, ਤਾਂ ਹੀ ਇਹ ਮਨ ਸਾਡਾ ਕਾਬੂ ਦੇ ਵਿੱਚ ਆ ਸਕਦਾ ਹੈ, ਕਿਉਂਕਿ ਮਨ ਤ੍ਰਿਕੁਟੀ ਦਾ ਰਹਿਣ ਵਾਲਾ ਹੈ। ਇਸ ਲਈ ਇਸ ਨੂੰ ਕਾਬੂ ਕਰਨਾ ਔਖਾ ਹੈ, ਪਰ ਨਾਮੁਮਕਿਨ ਨਹੀਂ, ਇੰਪੋਸੀਬਲ ਨਹੀਂ। ਅਗਰ ਤੂੰ ਇਹ ਇਨਸਾਨ ਕੋਸ਼ਿਸ਼ ਕਰੇ, ਰੋਜ਼-ਰੋਜ਼ ਭਜਨ ਸਿਮਰਨ ਨੂੰ ਵਕਤ ਦੇਵੇਂ, ਚੱਲਦੇ ਫਿਰਦੇ ਉੱਠਦੇ ਬੈਠਦੇ ਉਸ ਮਾਲਕ ਦਾ ਸਿਮਰਨ ਯਾਦ ਰੱਖੇਂ, ਉਸ ਦੇ ਨਾਲ ਆਪਣੇ ਮਨ ਨੂੰ ਜੋੜੀ ਰੱਖੇਂ, ਤੇ ਇਹ ਮਨ ਕਾਬੂ ਦੇ ਵਿੱਚ ਆ ਸਕਦਾ ਹੈ। ਜਦੋਂ ਇਹ ਮਨ ਸੰਤਾਂ ਦੇ ਦੱਸੇ ਹੋਏ ਗਿਆਨ ਦੇ ਅਨੁਸਾਰ ਉਸ ਧੁਨ ਨੂੰ ਸੁਣੇਗਾ ਤੇ ਫਿਰ ਇਹ ਕਾਬੂ ਦੇ ਵਿੱਚ ਆ ਸਕੇਗਾ, ਕਿਉਂਕਿ ਸੰਤਾਂ ਮਹਾਤਮਾਵਾਂ ਦਾ ਗਿਆਨ ਪੜ੍ਹਿਆ ਪੜ੍ਹਾਇਆ ਜਾਂ ਸੁਣਿਆ ਸੁਣਾਇਆ ਨਹੀਂ ਹੁੰਦਾ। ਉਹ ਉਹਨਾਂ ਦਾ ਖੁਦ ਦਾ ਅਨੁਭਵ ਕੀਤਾ ਹੁੰਦਾ ਹੈ। ਅਨੁਭਵ ਤੋਂ ਹੀ ਸੱਚਾ ਗਿਆਨ ਪ੍ਰਾਪਤ ਹੁੰਦਾ ਹੈ। ਅਗਰ ਅਸੀਂ ਉਸ ਅਨੁਭਵ ਨੂੰ ਆਪ ਅਨੁਭਵ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਕੋਈ ਪੂਰਾ ਗੁਰੂ ਲੱਭਣਾ ਪਵੇਗਾ। ਉਸ ਗੁਰੂ ਦੇ ਦੱਸੇ ਅਨੁਸਾਰ ਅੰਤਰਮੁਖ ਹੋ ਕੇ ਸਾਨੂੰ ਅਭਿਆਸ ਕਰਨਾ ਪਵੇਗਾ। ਫਿਰ ਅਸੀਂ ਉਸ ਸ਼ਬਦ ਨੂੰ, ਉਸ ਧੁਨ ਨੂੰ ਸੁਣ ਸਕਾਂਗੇ। ਇਹ ਧੁਨ ਸਾਡੇ ਸਾਰਿਆਂ ਦੇ ਅੰਦਰ ਹੈ, ਪਰ ਅਸੀਂ ਸਾਰੇ ਇਸ ਤੋਂ ਬੇਖਬਰ ਹਾਂ, ਭਟਕੇ ਹੋਏ ਹਾਂ। ਸੰਤ ਸਾਨੂੰ ਕੱਲਾ ਅਭਿਆਸ ਕਰਨਾ ਹੀ ਨਹੀਂ ਸਿਖਾਉਂਦੇ, ਬਲਕਿ ਸਾਡੀ ਚੇਤਨਾ ਨੂੰ ਉਸ ਧੁਨ ਦੇ ਨਾਲ ਜੋੜ ਦਿੰਦੇ ਨੇ। ਸਾਡੀ ਆਤਮਾ ਪਤਾ ਨਹੀਂ ਕਿੰਨੇ ਜਨਮਾਂ ਤੋਂ ਸੁੱਤੀ ਹੋਈ ਹੈ। ਜਦੋਂ ਅਸੀਂ ਉਸ ਧੁਨ ਨੂੰ ਸੁਣ ਲੈਂਦੇ ਹਾਂ, ਸਾਡੀ ਜਨਮਾਂ ਜਨਮਾਂ ਦੀ ਸੁੱਤੀ ਹੋਈ ਆਤਮਾ ਜਾਗ ਉੱਠਦੀ ਹੈ। ਇਸ ਨੂੰ ਹੋਸ਼ ਆ ਜਾਂਦੀ ਹੈ। ਸੰਤ ਮਨ ਅਤੇ ਆਤਮਾ ਨੂੰ 9 ਦੁਆਰਿਆਂ ਤੋਂ ਕੱਢ ਕੇ 10ਵੇਂ ਦੁਆਰ 'ਤੇ ਲਿਆਉਣ ਦੀ ਵਿਧੀ ਦੱਸਦੇ ਨੇ, ਜਿੱਥੇ ਨਿਰੰਤਰ ਅੰਮ੍ਰਿਤ ਬਰਸਦਾ ਪਿਆ ਹੈ ਤੇ ਅਨਹਦ ਸ਼ਬਦ ਧੁਨਕਾਰਾ ਦੇ ਰਿਹਾ ਹੈ। ਲੇਕਿਨ ਗੁਰੂ ਦੀ ਮੱਤ 'ਤੇ ਚੱਲਣ ਨਾਲ, ਭਾਵ ਨਾਮ ਦੇ ਅਭਿਆਸ ਕਰਨ ਦੇ ਨਾਲ ਹੀ
ਅਸੀਂ ਇਸ ਨੂੰ ਪ੍ਰਾਪਤ ਕਰ ਸਕਦੇ ਹਾਂ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਨੌ ਦਰ ਠਾਕੇ ਧਾਵਤ ਰਹਾਏ, ਦਸਵੇਂ ਨਿਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਸੰਤ ਮਹਾਤਮਾ ਅਭਿਆਸ ਦਾ ਉਹ ਭੇਦ ਦੱਸਦੇ ਨੇ ਜਿਸ ਦੇ ਨਾਲ ਆਤਮਾ ਸਿਮਟ ਕੇ ਅੱਖਾਂ ਦੇ ਪਿੱਛੇ ਆਪਣੇ ਕੇਂਦਰ 'ਤੇ ਆ ਜਾਂਦੀ ਹੈ। ਫਿਰ ਆਤਮਾ ਅੰਦਰਲੇ ਮੰਡਲਾਂ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤੇ ਧੁਨ ਨੂੰ ਪਕੜਦੀ ਹੈ। ਫਿਰ ਆਤਮਾ ਅੰਦਰਲੇ ਦ੍ਰਿਸ਼ ਦੇਖਦੀ ਹੋਈ ਸਹਿਜ ਦਲ ਕਮਲ ਦੇ ਵਿੱਚ ਪਹੁੰਚਦੀ ਹੈ। ਸੰਤ ਦੱਸਦੇ ਨੇ ਕਿ ਇਹ ਪਹਿਲੀ ਮੰਜ਼ਿਲ ਹੈ। ਫਿਰ ਆਤਮਾ ਇਸ ਤੋਂ ਅੱਗੇ ਤ੍ਰਿਕੁਟੀ, ਦਸਵੇਂ ਦਵਾਰ ਤੇ ਭਵਰ ਗੁਫਾ ਤੇ ਹੋਰ ਕਈ ਮੰਜ਼ਲਾਂ ਦੇ ਦ੍ਰਿਸ਼ ਤੇ ਸ਼ਬਦ ਨੂੰ ਸੁਣਦੀ ਹੈ ਤੇ ਦੇਖਦੀ ਹੈ, ਤੇ ਦੇਖਦੀ ਹੋਈ ਉਸ ਮਾਲਕ ਦੇ ਨਾਲ ਮਿਲਾਪ ਕਰਦੀ ਹੈ ਤੇ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਹੈ। ਸਾਧ ਸੰਗਤ ਜੀ, ਸਾਨੂੰ ਇੱਕ ਗੱਲ ਹੋਰ ਜਾਣਨੀ ਚਾਹੀਦੀ ਹੈ ਕਿ ਕਈ ਜਗ੍ਹਾ ਦੇ ਉੱਤੇ ਸੁਰਤ ਸ਼ਬਦ ਯੋਗ ਕਿਹਾ ਗਿਆ ਹੈ। ਸੁਰਤ ਦਾ ਅਰਥ ਹੈ ਆਤਮਾ, ਸ਼ਬਦ ਦਾ ਅਰਥ ਹੈ ਧੁਨਾਤਮਕ ਨਾਮ ਤੇ ਯੋਗ ਦਾ ਅਰਥ ਹੈ ਜੁੜਨਾ। ਇਸ ਤਰ੍ਹਾਂ ਸੁਰਤ ਸ਼ਬਦ ਯੋਗ ਦਾ ਅਰਥ ਹੈ ਆਤਮਾ ਦਾ ਸ਼ਬਦ ਦੇ ਨਾਲ ਜੁੜਨਾ। ਜਿਸ ਵਿਧੀ ਦੇ ਨਾਲ ਆਤਮਾ ਉਸ ਸ਼ਬਦ ਦੇ ਨਾਲ ਜੁੜ ਜਾਵੇ ਤੇ ਫਿਰ ਕਦੀ ਉਸ ਤੋਂ ਵਿਛੜੇ ਨਾ, ਉਸ ਨੂੰ ਸੁਰਤ ਸ਼ਬਦ ਯੋਗ ਸੰਤਾਂ ਨੇ ਕਿਹਾ ਹੈ। ਸੁਰਤ ਸ਼ਬਦ ਦਾ ਅਭਿਆਸ ਇੰਨਾ ਜਟਿਲ ਨਹੀਂ ਹੈ ਕਿ ਕੋਈ ਕਰ ਨਾ ਸਕੇ। ਬਾਕੀ ਸਾਧਨਾ ਦੇ ਨਾਲੋਂ ਇਸ ਦੇ ਵਿੱਚ ਫਲ ਜਲਦੀ ਪ੍ਰਾਪਤ ਹੋ ਜਾਂਦਾ ਹੈ, ਪਰ ਸ਼ਰਤ ਇੱਕ ਹੈ ਕਿ ਗੁਰੂ ਜੀਵਿਤ ਹੋਵੇ ਤੇ ਪੂਰਾ ਹੋਵੇ ਤੇ ਜੀਵ ਦੇ ਅੰਦਰ ਉਸ ਮਾਲਕ ਨੂੰ ਪਾਉਣ ਦੀ ਲਾਲਸਾ ਹੋਵੇ। ਗੁਰੂ ਜੀਵਿਤ ਹੋਵੇ ਤੇ ਪੂਰਾ ਹੋਵੇ, ਫਿਰ ਉਸ ਕੋਲੋਂ ਨਾਮ ਦੀ ਦਾਤ ਜੀਵ ਲੈ ਕੇ ਉਸ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਉਸ ਮਾਲਕ ਨੂੰ ਪਾ ਸਕਦਾ ਹੈ। ਇਹ ਤਰੀਕਾ ਕੋਈ ਨਵਾਂ ਨਹੀਂ ਹੈ। ਜਦੋਂ ਦੀ ਇਹ ਸ੍ਰਿਸ਼ਟੀ ਬਣੀ ਹੈ ਉਦੋਂ ਦਾ ਨਾਮ ਚੱਲਿਆ ਆ ਰਿਹਾ ਹੈ, ਬਲਕਿ ਨਾਮ ਨੇ ਹੀ ਇਹ ਸ੍ਰਿਸ਼ਟੀ ਬਣਾਈ ਹੈ। ਇਸ ਗੱਲ ਦੀ ਗਵਾਹੀ ਧਰਮ ਗ੍ਰੰਥ ਦੇ ਰਹੇ ਨੇ ਕਿ ਨਾਮ ਦੇ ਨਾਲ ਹੀ ਸਭ ਕੁਝ ਉਪਜਿਆ ਹੈ। ਅਗਰ ਨਾਮ ਨੂੰ ਕੱਢ ਦਿੱਤਾ ਜਾਵੇ ਤੇ ਇੱਥੇ ਪਰਲੋ ਮਹਾਪਰਲੇ ਆ ਜਾਵੇਗੀ ਤੇ ਨਾਮ ਪੂਰੇ ਗੁਰੂ ਤੋਂ ਮਿਲਣਾ ਹੈ। ਕਿਉਂ ਗੁਰੂ ਦੀ ਜ਼ਰੂਰਤ ਹੈ? ਕਿਉਂਕਿ ਉਹ ਜਿਹੜਾ ਮਾਲਕ ਦਾ ਭੇਦ ਹੈ ਉਹ ਗੁਰੂ ਹੀ ਦੱਸ ਸਕਦਾ ਹੈ। ਗੁਰੂ ਤੋਂ ਬਿਨਾਂ ਪਰਮਾਤਮਾ ਦਾ ਗਿਆਨ ਨਹੀਂ ਹੋ ਸਕਦਾ। ਅਸੀਂ ਕੋਈ ਵੀ ਧਰਮ ਲੈ ਲਈਏ, ਸਾਰਿਆਂ ਨੇ ਇਹੋ ਗੱਲ ਕਹੀ ਹੈ। ਮੁਸਲਮਾਨਾਂ ਨੇ, ਫਕੀਰਾਂ ਨੇ ਕਾਮਲ ਮੁਰਸ਼ਦ ਨੂੰ ਬਹੁਤ ਸਲਾਇਆ ਹੈ, ਕਾਮਲ ਮੁਰਸ਼ਦ ਦੀ ਬਹੁਤ ਉਪਮਾ ਕੀਤੀ ਹੈ, ਭਾਵ ਗੁਰੂ ਦੀ ਬਹੁਤ ਮਹਿਮਾ ਕੀਤੀ ਹੈ। ਬਾਰ-ਬਾਰ ਉਹਨਾਂ ਨੇ ਕਿਹਾ ਹੈ ਕਿ ਕਾਮਲ ਮੁਰਸ਼ਦ ਤੋਂ ਬਗੈਰ ਐ ਜੀਵ ਤੈਨੂੰ ਇੱਕ ਕਦਮ ਵੀ ਨਹੀਂ ਚੱਲਣਾ ਚਾਹੀਦਾ। ਜੈਨ ਧਰਮ ਦੇ ਵਿੱਚ ਵੀ ਗੁਰੂ ਪੂਜਾ ਬਾਰੇ ਦੱਸਿਆ ਗਿਆ ਹੈ। ਸਾਰਿਆਂ ਨੇ ਇਹੀ ਕਿਹਾ ਹੈ ਕਿ ਗੁਰੂ ਤੋਂ ਬਿਨਾਂ ਤੈਨੂੰ ਨਾਮ ਜਾਂ ਸ਼ਬਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਨਾਰਦ ਜੀ ਜਦੋਂ ਵਿਸ਼ਨੂਪੁਰੀ ਗਏ ਤੇ ਉੱਥੇ ਉਹਨਾਂ ਨੂੰ ਅੰਦਰ ਵੜਨ ਨਹੀਂ ਦਿੱਤਾ। ਕਿਉਂਕਿ ਉਹਨਾਂ ਦਾ ਗੁਰੂ ਕੋਈ ਨਹੀਂ ਸੀ। ਫਿਰ ਉਹਨਾਂ ਨੇ ਗੁਰੂ ਧਾਰਿਆ। ਵੇਦ ਵਿਆਸ ਨੂੰ ਵੀ ਆਖਰ ਰਾਜਾ ਜਨਕ ਨੂੰ ਗੁਰੂ ਧਾਰਨਾ ਪਿਆ ਸੀ, ਕਿਉਂਕਿ ਗੁਰੂ ਤੋਂ ਬਿਨਾਂ ਗੱਲ ਨਹੀਂ ਬਣਦੀ। ਕਿਉਂ ਗੱਲ ਨਹੀਂ ਬਣਦੀ? ਕਿਉਂਕਿ ਰਾਮ ਕਿਸ਼ਨ ਸੇ ਕੋ ਬੜਾ, ਤਿਨਹੋਂ ਨੇ ਵੀ ਗੁਰ ਕੀਨ, ਤੀਨ ਲੋਕ ਕੇ ਨਾਇਕਾ ਗੁਰ ਆਗੇ ਅਧੀਨ। ਗੁਰੂ ਨਾਨਕ ਸਾਹਿਬ ਵੀ ਫਰਮਾਉਂਦੇ ਨੇ ਕਿ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਕੋਏ। ਭਾਵ ਐਸਾ ਕੋਈ ਨਹੀਂ ਹੈ ਜਿਸ ਨੂੰ ਗੁਰੂ ਤੋਂ ਬਗੈਰ ਅੰਦਰ ਦੀ ਚੜ੍ਹਾਈ ਨਸੀਬ ਹੋਈ ਹੋਵੇ। ਅਸੀਂ ਸੋਚ ਕੇ ਦੇਖੀਏ ਕਿ ਅਗਰ ਅਸੀਂ ਕੋਈ ਦੁਨਿਆਵੀ ਕੰਮ ਵੀ ਸਿੱਖਣਾ ਹੋਵੇ ਤੇ ਸਾਨੂੰ ਗੁਰੂ ਦੀ ਲੋੜ ਪੈਂਦੀ ਹੈ, ਸਾਨੂੰ ਗੁਰੂ ਨੂੰ ਮੰਨਣਾ ਪੈਂਦਾ ਹੈ, ਤਾਂ ਜਾ ਕੇ ਅਸੀਂ ਉਹ ਕੰਮ ਨੂੰ ਸਿੱਖ ਪਾਉਂਦੇ ਹਾਂ। ਤੇ ਅਸੀਂ ਕੀ ਸੋਚੀ ਬੈਠੇ ਹਾਂ ਕਿ ਅਧਿਆਤਮਿਕ ਦਾ ਐਡਾ ਵੱਡਾ ਰਾਸਤਾ, ਉਸ ਮਾਲਕ ਦਾ ਐਡਾ ਵੱਡਾ ਭੇਦ ਸਾਨੂੰ ਗੁਰੂ ਤੋਂ ਬਿਨਾਂ ਹੀ ਮਿਲ ਜਾਵੇਗਾ। ਨਾ ਭਾਈ, ਨਾ ਅੱਜ ਤੱਕ ਕਿਸੇ ਨੂੰ ਮਿਲਿਆ ਹੈ, ਨਾ ਗੁਰੂ ਤੋਂ ਬਿਨਾਂ ਕਿਸੇ ਨੂੰ ਉਸ ਦਾ ਭੇਦ ਮਿਲ ਸਕਦਾ ਹੈ। ਜਿੰਨੇ ਮਰਜ਼ੀ ਕਰਮ ਕਾਂਡ ਕਰ ਲਈਏ, ਜੋ ਮਰਜ਼ੀ ਕਰ ਲਈਏ, ਭਾਵ ਗੁਰੂ ਤੋਂ ਬਿਨਾਂ ਗੱਲ ਨਹੀਂ ਬਣ ਸਕਦੀ। ਗੁਰੂ ਦੀ ਲੋੜ ਇਸ ਲਈ ਆ, ਜਿੱਦਾਂ ਕੋਈ ਇਨਸਾਨ ਹਵਾਈ ਜਹਾਜ਼ ਦੀ ਸੈਰ ਕਰਨਾ ਚਾਹੁੰਦਾ ਹੈ, ਉਸ ਨੂੰ ਕਿਸੇ ਨੇ ਦੱਸਿਆ ਹੈ ਕਿ ਉੱਪਰਲੇ ਆਸਮਾਨ ਦੇ ਵਿੱਚ ਨਜ਼ਾਰੇ ਦੇਖਣ ਨੂੰ ਮਿਲਦੇ ਨੇ, ਪਰ
ਜਹਾਜ਼ ਨੂੰ ਕਪਤਾਨ ਨੇ ਲੋਕ ਲਗਾਇਆ ਹੋਇਆ ਹੈ, ਤਾਲਾ ਲਗਾਇਆ ਹੋਇਆ ਹੈ, ਤਾਂ ਕਿ ਕੋਈ ਅਣਜਾਣ ਵਿਅਕਤੀ ਉਸ ਨੂੰ ਚਲਾ ਕੇ ਆਪਣਾ ਨੁਕਸਾਨ ਨਾ ਕਰ ਲਵੇ। ਇਨਸਾਨ ਨੂੰ ਜਹਾਜ਼ ਤੇ ਚੜ੍ਹਨਾ ਨਹੀਂ ਆਉਂਦਾ। ਅਗਰ ਉਹ ਚੜ੍ਹ ਵੀ ਜਾਂਦਾ ਹੈ ਤੇ ਲੋਕ ਲੱਗਾ ਹੋਣ ਕਰਕੇ ਜਹਾਜ਼ ਚਲਾ ਨਹੀਂ ਸਕੇਗਾ। ਅਗਰ ਚਲਾ ਵੀ ਲਿਆ ਤਾਂ ਉਸ ਨੂੰ ਉੱਪਰ ਚੜ੍ਹਾਉਣਾ ਤੇ ਨੀਚੇ ਉਤਾਰਨਾ ਨਹੀਂ ਆਏਗਾ। ਅਗਰ ਉਹ ਜਹਾਜ਼ ਉਡਾ ਵੀ ਲਵੇ ਤਾਂ ਉਸ ਨੂੰ ਉੱਪਰ ਦੀਆਂ ਮੰਜ਼ਲਾਂ, ਉੱਪਰ ਦੇ ਰਾਸਤੇ ਦਾ ਗਿਆਨ ਨਾ ਹੋਣ ਕਰਕੇ ਸਿਵਾਏ ਬਰਬਾਦੀ ਤੋਂ ਉਸ ਨੂੰ ਕੁਝ ਹਾਸਿਲ ਨਹੀਂ ਹੋ ਸਕਦਾ, ਉਸ ਨੂੰ ਕੁਝ ਨਹੀਂ ਮਿਲ ਸਕਦਾ। ਸਾਡਾ ਸਰੀਰ, ਸਾਡੀ ਦੇਹ ਵੀ ਕੁਝ ਇਸੇ ਤਰ੍ਹਾਂ ਦੀ ਹੈ। ਪਹਿਲਾਂ ਤਾਂ ਸਾਡੀ ਆਤਮਾ ਸਿਮਟਦੀ ਨਹੀਂ। ਜੇ ਸਿਮਟ ਵੀ ਜਾਵੇ ਤੇ ਸ਼ਬਦ ਦੇ ਜਹਾਜ਼, ਨਾਮ ਦੇ ਜਹਾਜ਼ ਦੇ ਉੱਤੇ ਚੜ੍ਹ ਨਹੀਂ ਸਕਦੀ। ਅਗਰ ਚੜ੍ਹ ਵੀ ਜਾਵੇ ਤੇ ਉੱਪਰਲੇ ਆਤਮਿਕ ਮੰਡਲਾਂ ਦਾ ਗਿਆਨ ਨਾ ਹੋਣ ਕਰਕੇ ਉਸ ਨੂੰ ਪਤਾ ਨਹੀਂ ਲੱਗਣਾ ਕਿ ਜਾਣਾ ਕਿੱਧਰ ਹੈ, ਤੇ ਉਸ ਨੂੰ ਪਤਾ ਨਹੀਂ ਲੱਗਣਾ ਕਿ ਕਿਸ ਤਰ੍ਹਾਂ ਵਾਪਸ ਆਉਣਾ ਹੈ। ਅਗਰ ਹਵਾਈ ਜਹਾਜ਼ ਦਾ ਚਾਲਕ ਉਸ ਵਿਅਕਤੀ ਨੂੰ ਆਪਣੇ ਨਾਲ ਬਿਠਾ ਕੇ 4-5 ਵਾਰੀ ਸਫ਼ਰ ਕਰਵਾ ਦਿੰਦਾ ਹੈ, ਉਸ ਨੂੰ ਜਹਾਜ਼ ਚਲਾਉਣਾ ਸਿਖਾ ਦਿੰਦਾ ਹੈ ਕਿ ਕਿਸ ਤਰ੍ਹਾਂ ਉੱਪਰ ਜਾਣਾ ਹੈ ਤੇ ਕਿਸ ਤਰ੍ਹਾਂ ਨੀਚੇ ਆਉਣਾ ਹੈ, ਤੇ ਫਿਰ ਉਹ ਵਿਅਕਤੀ ਵੀ ਜਹਾਜ਼ ਚਲਾ ਸਕੇਗਾ। ਇਸੇ ਤਰ੍ਹਾਂ ਅਧਿਆਤਮਿਕ ਮੰਡਲਾਂ ਦਾ ਸਫ਼ਰ ਕਰਨ ਵਾਸਤੇ ਗੁਰੂ ਦੀ ਲੋੜ ਪੈਂਦੀ ਹੈ, ਜੋ ਉਸ ਰਾਸਤੇ ਦਾ, ਉਹਨਾਂ ਮੰਡਲਾਂ ਦਾ ਜਾਣਕਾਰ ਹੁੰਦਾ ਹੈ, ਕਿਉਂਕਿ ਉਹ ਰੋਜ਼ ਉਹਨਾਂ ਮੰਡਲਾਂ ਦੀ ਸੈਰ ਕਰਦਾ ਹੈ। ਗੁਰੂ ਨਾਲ ਹੋਵੇ ਤਾਂ ਰਸਤਾ ਆਸਾਨ ਹੋ ਜਾਂਦਾ ਹੈ, ਸਫ਼ਰ ਆਸਾਨ ਹੋ ਜਾਂਦਾ ਹੈ। ਅਗਰ ਕੋਈ ਮਹਾਤਮਾ ਕਹੇ ਕਿ ਆ ਮੈਂ ਤੈਨੂੰ ਸਾਥ ਲੈ ਜਾਣਾ ਹਾਂ ਤੇ ਤੈਨੂੰ ਉਸ ਨਾਮ ਦੇ ਭੇਦ ਦਾ ਰਾਸਤਾ ਦੱਸ ਦਿੰਦਾ ਹਾਂ ਤੇ ਉੱਪਰਲੇ ਮੰਜ਼ਲਾਂ ਦੀ ਸੈਰ ਕਰਾ ਦਿੰਦਾ ਹਾਂ, ਤੇ ਅਸੀਂ ਕਹੀਏ ਕਿ ਨਾ ਭਾਈ, ਅਸੀਂ ਆਪਣਾ ਜਹਾਜ਼ ਆਪ ਉਡਾਵਾਂਗੇ, ਤੇ ਸਾਡੇ ਤੋਂ ਜ਼ਿਆਦਾ ਮੰਦੇ ਭਾਗਾਂ ਵਾਲਾ ਇਨਸਾਨ ਕੌਣ ਹੋ ਸਕਦਾ ਹੈ। ਅਸੀਂ ਉਸ ਮਾਲਕ ਦੀ ਭਗਤੀ ਗੁਰੂ ਤੋਂ ਬਗੈਰ ਕਰਨਾ ਚਾਹੁੰਦੇ ਹਾਂ, ਪਰ ਇਹ ਪੋਸੀਬਲ ਨਹੀਂ, ਇਹ ਮੁਮਕਿਨ ਨਹੀਂ। ਸਾਡਾ ਜਦੋਂ ਵੀ ਪਾਰ ਉਤਾਰਾ ਹੋਵੇਗਾ ਗੁਰੂ ਦੇ ਨਾਲ ਹੀ ਹੋਵੇਗਾ। ਗੁਰੂ ਦੇ ਦੱਸੇ ਹੋਏ ਉਹਦੇ ਨਾਮ ਦੇ ਭੇਦ ਦੇ ਨਾਲ ਹੀ ਸਾਡਾ ਇਸ ਜਨਮ ਮਰਨ ਦੇ ਚੱਕਰਾਂ ਤੋਂ ਛੁਟਕਾਰਾ ਹੋ ਸਕੇਗਾ, ਕਿਉਂਕਿ ਅੱਗੇ ਸਾਡਾ ਛੁਟਕਾਰਾ ਨਹੀਂ ਨਾ ਹੋਇਆ ਤਾਂ ਹੀ ਤਾਂ ਅਸੀਂ ਇਸ ਦੁਨੀਆ ਦੇ ਉੱਤੇ ਆਏ ਹਾਂ, ਇਸ ਦੁੱਖਾਂ ਦੀ ਨਗਰੀ ਦੇ ਵਿੱਚ ਆਏ ਹਾਂ। ਪਰ ਹੁਣ ਸਾਡੇ ਕੋਲੋਂ ਮੌਕਾ ਹੈ, ਕਿਉਂਕਿ ਸਿਰਫ ਮਨੁੱਖਾ ਜਨਮ ਦੇ ਵਿੱਚ ਹੀ ਇਹ ਜੀਵ ਤੇਰਾ ਪਾਰ ਉਤਾਰਾ ਹੋ ਸਕਦਾ ਹੈ। ਹੋਰ ਕੋਈ ਜੂਨ, ਹੋਰ ਕੋਈ ਤਰੀਕਾ ਨਹੀਂ ਜਿਸ ਦੇ ਨਾਲ ਇਸ ਜਨਮ ਮਰਨ ਦੇ ਦੁੱਖਾਂ ਤੋਂ ਤੂੰ ਬਚ ਸਕੇ। ਹੁਣ ਇਹ ਮੌਕਾ ਜੇ ਖੁੰਝ ਗਿਆ ਤੇ ਫਿਰ ਪਤਾ ਨਹੀਂ ਕਿੰਨੇ ਜਨਮਾਂ ਬਾਅਦ ਤੈਨੂੰ ਇਹ ਮੌਕਾ ਮਿਲੇ। 84 ਲੱਖ ਜੂਨ ਤਾਂ ਵੱਟ ਤੇ ਹੀ ਪਈ ਹੈ, ਇਹ ਤਾਂ ਅਸੀਂ ਸਭ ਜਾਣਦੇ ਹੀ ਹਾਂ। ਇਸ ਲਈ ਇਹ ਜੀ ਤੂੰ ਹੁਣ ਹੋਸ਼ ਕਰ ਲੈ, ਕਿਸੇ ਕਾਮਲ ਮੁਰਸ਼ਦ ਦੇ, ਕਿਸੇ ਪੂਰੇ ਗੁਰੂ ਦੇ ਕੋਲ ਚਲਾ ਜਾ, ਉਹਦਾ ਪੱਲਾ ਫੜ ਲੈ, ਉਹਦੇ ਕੋਲੋਂ ਨਾਮ ਦੀ ਦਾਤ ਲੈ ਕੇ, ਨਾਮ ਦਾ ਭੇਦ ਲੈ ਕੇ ਰੋਜ਼-ਰੋਜ਼ ਉਸ ਨਾਮ ਦੀ ਕਮਾਈ ਕਰ, ਤਾਂ ਕਿ ਤੇਰਾ ਪਾਰ ਉਤਾਰਾ ਹੋ ਸਕੇ, ਤੇਰਾ ਇਸ ਦੁਨੀਆ ਦੇ ਉੱਤੇ ਆਉਣਾ ਸਫਲ ਹੋ ਸਕੇ। ਸੋ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੇ ਗੁਰੂ ਦੇ ਦੱਸੇ ਅਨੁਸਾਰ, ਉਸ ਦੇ ਕਹੇ ਅਨੁਸਾਰ ਚੱਲੀਏ ਔਰ ਇਮਾਨਦਾਰੀ ਦੇ ਰਾਸਤੇ 'ਤੇ ਚੱਲੀਏ, ਅਤੇ ਵੱਧ ਤੋਂ ਵੱਧ ਸਮਾਂ ਭਜਨ ਸਿਮਰਨ ਨੂੰ ਦਈਏ।